ਬਾਬਾ ਜੀ ਇਹ ਵਿਸਾਖੀ ਕੀ ਹੁੰਦੀ ਹੈ? ਖਾਲਸਾ ਸਾਜਨਾ ਦਿਵਸ ਹੈ ਜੀ ਤੁਸੀਂ ਦੱਸੋ ਕਿ ਵਿਸਾਖੀ ਜਿਹੜੀ ਹੈ ਕਿੱਦਾਂ ਮਨਾਈ ਜਾਂਦੀ ਹੈ ਔਰ ਇਸ ਵਿੱਚ ਕੀ ਹੁੰਦਾ ਹੈ ਸਾਰਾ? जी एक्चुअली अस्सलाम वालेकुम, आदाब, सत श्री अकाल नाज़रीन। आप देख रहे हैं जेके रिवोल्यूशन और मैं हूं आपका मेज़बान जावेद खान। नाज़रीन, जैसे कि आप सब इस बात से बखूबी वाकिफ़ होंगे कि आज बैसाखी मनाई जा रही है और हमारे साथ एक बाबा जी जुड़े। आइए इनसे जानते हैं कि आखिर काफ़ी लोग ये सोचते हैं कि आखिरकार बैसाखी होती क्या है। बाबा जी ये बैसाखी क्या होती है? खालसा साजना दिवस है। जी गुरु गोबिंद सिंह दसम पातशाह ने आज खालसा प्रकट किया है, उसको बनाया, यानी रवां ज़ात पात जो थी उसको एक फाटे में अब हयात तैयार करके तो सबको छकाया पिलाया और जात पात रवां ज़ात पात जो सी ये लानत इसको मिटा दिया, सबको एक कर दिया। एक पिता एक इसकी हम बाल की, एक अल्लाह है, वाहिगुरु है, भगवान है, उसके हम बच्चे हैं। कोई छोटा नहीं है, कोई बड़ा नहीं है। एक बाटे में पीना है ना, एक ही हो गया। जी हाँ। पीना, हाँ, अमृत पीना, हाँ। तो गुरु गोबिंद सिंह ने ज़ात पात मिटा दी। इसी संबंध में इस दिन को जो गुरु गोबिंद सिंह ने अनंतपुर साहब में खालसा साजना दिवस और खालसा प्रकट किया था, तो उस संबंध में आम बैसाखी खालसा साजना दिवस मनाते हैं। तो हमारे साथ सरदार जी जुड़े हैं। सरदार जी आपका बहुत बहुत शुक्रिया हमें वक्त देने के लिए। थैंक यू वेरी मच जी। तो सरदार जी आप ਤੁਸੀਂ ਦੱਸੋ ਕਿ ਵਿਸਾਖੀ ਜਿਹੜੀ ਹੈ ਕਿੱਦਾਂ ਮਨਾਈ ਜਾਂਦੀ ਹੈ ਔਰ ਇਸ ਵਿੱਚ ਕੀ ਹੁੰਦਾ ਹੈ ਸਾਰਾ? ਜੀ ਐਕਚੁਅਲੀ ਵਿਸਾਖੀ ਜਿਹੜਾ ਹੈ ਇਹ ਸਿੱਖ ਧਰਮ ਦਾ ਬਹੁਤ ਹੀ ਇੰਪੋਰਟੈਂਟ ਤੇ ਬੜਾ ਹੀ ਬੇਸਿਕ ਜਿਹਾ ਇੱਕ ਅਸੀਂ ਕਹਿ ਸਕਦੇ ਹਾਂ ਤਿਉਹਾਰ ਹੈ ਜੀ। ਵਿਸਾਖੀ ਇਸ ਨੂੰ ਇਸ ਕਰਕੇ ਵੀ ਕਹਿੰਦੇ ਨੇ ਕਿਉਂਕਿ ਵੈਸਾਖ ਦੇ ਮਹੀਨੇ ਵਿੱਚ ਜਿਹੜੀ ਹੈ ਫਸਲ ਵਗੈਰਾ ਕੱਟੀ ਜਾਂਦੀ ਹੈ, ਵੱਢੀ ਜਾਂਦੀ ਹੈ। ਲੇਕਿਨ ਇਸ ਤੋਂ ਹਟ ਕੇ ਇਹ ਵਿਸਾਖੀ ਜਿਹੜੀ ਹੈ, ਜਿਹੜਾ ਇਸਦਾ ਮੇਨ ਮੋਟਿਵ ਹੈ ਉਹ ਇਹ ਹੈ ਕਿ ਖਾਲਸਾ ਸਾਜਨਾ ਦਿਵਸ ਦੇ ਤੌਰ 'ਤੇ ਇਹਨੂੰ ਮਨਾਇਆ ਜਾਂਦਾ ਹੈ। ਅਤੇ ਇਹਦਾ ਮਕਸਦ ਕੀ ਹੈ ਕਿ ਕਿਉਂ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਕਿਉਂ ਸਾਜਿਆ ਅਤੇ ਕਿਉਂ ਪੰਜ ਪਿਆਰੇ ਤਿਆਰ ਕੀਤੇ? ਕਿਉਂਕਿ ਜਿਸ ਧਰਤੀ 'ਤੇ ਅਸੀਂ ਰਹਿੰਦੇ ਹਾਂ, ਹਿੰਦੁਸਤਾਨ ਦੀ ਧਰਤੀ 'ਤੇ, ਇੱਥੇ ਬਹੁਤ ਜ਼ੁਲਮੋ ਜ਼ਬਰ ਸੀ ਅਤੇ ਨਾਲ ਦੇ ਨਾਲ ਇੱਥੇ ਜ਼ਾਤ ਪਾਤ ਬੜੀ ਸੀ। ਜਿਵੇਂ ਅਸੀਂ ਵੇਖਦੇ ਹਾਂ ਕਿ ਸ਼ੂਦਰ ਸੀ ਉਹਨੂੰ ਬਹੁਤ ਦਬਾਇਆ ਜਾਂਦਾ ਸੀ, ਖੱਤਰੀ ਸੀ ਉਹਨੂੰ ਵਾਰੀਅਰ ਦਾ ਖਿਤਾਬ ਦਿੱਤਾ ਗਿਆ ਸੀ, ਬ੍ਰਾਹਮਣ ਜਿਹੜਾ ਸੀ ਉਹਨੇ ਆਪਣੇ ਕਬਜ਼ੇ ਵਿੱਚ ਧਾਰਮਿਕ ਗ੍ਰੰਥ ਅਤੇ ਹੋਰ ਸਾਰੀ ਚੀਜ਼ਾਂ ਰੱਖੀ ਸਨ ਅਤੇ ਬਾਕੀ ਕਿਸੇ ਨੂੰ ਉੱਪਰ ਉੱਠਣ ਨਹੀਂ ਸਨ ਦਿੰਦੇ। ਇਸ ਕਰਕੇ ਜਦ ਉਸ ਵੇਲੇ ਗੁਰੂ ਸਾਹਿਬ ਨੇ ਵੇਖਿਆ ਕਿ ਜਿਤਨੇ ਵੀ ਦਬੇ ਕੁਚਲੇ ਲੋਕ ਨੇ ਉਹਨਾਂ ਨੂੰ ਛੋਟੀ ਜਾਤੀ ਵਾਲਾ ਕਹਿ ਕੇ ਆ ਲੋਅਰ ਕਲਾਸ ਕਹਿ ਕੇ ਉਹਨਾਂ ਨੂੰ ਲਤਾੜਿਆ ਜਾ ਰਿਹਾ ਹੈ, ਫਿਰ ਗੁਰੂ ਸਾਹਿਬ ਨੇ ਆਵਾਜ਼ ਚੱਕੀ ਉਹਨਾਂ ਦੇ ਹੱਕ ਵਿੱਚ, ਉਸ ਜ਼ੁਲਮ ਜ਼ਬਰ ਦੇ ਖਿਲਾਫ। ਕਿਉਂਕਿ ਅੱਜ ਸਾਡੇ ਵਾਸਤੇ ਕਹਿਣਾ ਆਸਾਨ ਹੈ ਕਿ ਉਸ ਟਾਈਮ ਸ਼ਾਇਦ ਜ਼ੁਲਮ ਜ਼ਬਰ ਹੋ ਰਿਹਾ ਹੋਏਗਾ, ਸ਼ਾਇਦ ਉਸ ਟਾਈਮ ਕਾਸਟ ਸਿਸਟਮ ਹੈ ਸੀ ਜਾਂ ਨਹੀਂ ਸੀ, ਲੇਕਿਨ ਅਗਰ ਅਸੀਂ ਇਤਿਹਾਸ ਪੜ੍ਹ ਕੇ ਵੇਖੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਸ਼ੂਦਰ ਵੈਸ਼ ਨੂੰ ਦਬਾਇਆ ਜਾਂਦਾ ਸੀ। ਅਗਰ ਉਹ ਓਮ ਸੁਣ ਲੈਂਦੇ ਸਨ, ਉਹਨਾਂ ਦੇ ਕੰਨ ਦੇ ਵਿੱਚ ਪਿਘਲਾ ਕੇ ਸਿੱਕਾ ਪਾਇਆ ਜਾਂਦਾ ਸੀ। ਈਵਨ ਕਿ ਕਈਆਂ ਨੂੰ ਜਿਵੇਂ ਅਸੀਂ ਅਪਾਰਥੇਡ ਪੜ੍ਹਿਆ ਹੋਇਆ ਅਫਰੀਕਨ ਕੰਟਰੀਜ਼ ਵਿੱਚ ਸੀ ਕਿ ਕਿਸੇ ਜਗ੍ਹਾ 'ਤੇ ਬਲੈਕ ਪੀਪਲ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਤਰ੍ਹਾਂ ਹੀ ਹਿੰਦੁਸਤਾਨ ਦੇ ਵਿੱਚ ਸਾਡੀ ਇਸ ਧਰਤੀ 'ਤੇ ਵੀ ਛੋਟੀ ਜ਼ਾਤ ਵਾਲਿਆਂ ਨੂੰ ਬਹੁਤ ਦਬਾ ਕੇ ਰੱਖਿਆ ਜਾਂਦਾ ਸੀ। ਫਿਰ ਹੁਣ ਜਿਹੜਾ ਖਾਲਸਾ ਸਾਜਨਾ ਦਿਵਸ ਗੁਰੂ ਸਾਹਿਬ ਨੇ ਇਸ ਕਰਕੇ ਹੀ ਮਨਾਇਆ, ਗੁਰੂ ਸਾਹਿਬ ਨੇ ਪੰਜ ਪਿਆਰੇ ਲਈ ਆਵਾਜ਼ ਮਾਰੀ ਕਿ ਪੰਜ ਮੈਨੂੰ ਸਿਰ ਚਾਹੀਦੇ ਨੇ। ਹੁਣ ਅਸੀਂ ਕਹਿੰਦੇ ਹਾਂ ਕਿ ਬਈ ਸਿਰ ਕਿਉਂ ਮੰਗੇ ਨੇ? ਸਿਰ ਮੰਗਣ ਦਾ ਅਰਥ ਹੈ ਕਿ ਗੁਰੂ ਸਾਹਿਬ ਨੇ ਕਿਹਾ ਬਈ ਕੌਣ ਮੈਨੂੰ ਆਪਣਾ ਮਨ ਤਨ ਵਾਰ ਕੇ ਮੇਰੇ ਸਾਹਮਣੇ ਆਏਗਾ। ਸਿਰ ਦੇਣਾ ਹੁੰਦਾ ਕਿ ਆਪਣਾ ਆਪਾ ਸਾਰਾ ਹੀ ਗੁਰੂ ਅੱਗੇ ਨਿਛਾਵਰ ਕਰ ਦੇਣਾ, ਗੁਰੂ ਦੇ ਚਰਨਾਂ ਵਿੱਚ ਰੱਖ ਦੇਣਾ। ਜਿੱਥੇ ਬੰਦਾ ਕਹਿੰਦਾ ਹੁਣ ਮੇਰਾ ਮੁਝ ਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਕਿ ਆ ਗੁਰੂ ਸਾਹਿਬ ਜੀ ਜੋ ਕੁਝ ਸਾਡਾ ਹੈ ਹੁਣ ਤੁਹਾਡਾ ਹੀ ਹੈ। ਅਤੇ ਉੱਥੇ ਪੰਜ ਜਿਹੜੇ ਸਭ ਤੋਂ ਅਸੀਂ ਦੇਖਦੇ ਹਾਂ ਗੁਰੂ ਸਾਹਿਬ ਦੀ ਆਵਾਜ਼ ਦੇਣ 'ਤੇ ਇੱਕ ਇੱਕ ਕਰਕੇ ਜਿਹੜੇ ਸਿੱਖ ਸਾਹਮਣੇ ਆਏ, ਉਹ ਛੋਟੀ ਜ਼ਾਤਾਂ ਦੇ ਸਨ ਜਿਨ੍ਹਾਂ ਨੂੰ ਸਮਾਜ, ਅਸੀਂ ਨਹੀਂ ਜਾਂ ਗੁਰੂ ਸਾਹਿਬ ਨਹੀਂ, ਜਿਨ੍ਹਾਂ ਨੂੰ ਸਮਾਜ ਛੋਟੀ ਜ਼ਾਤ ਦਾ ਸਮਝਦਾ ਸੀ। ਕੋਈ ਨਾਈ ਸੀ, ਕੋਈ ਕਿਸੇ ਹੋਰ ਛੋਟੀ ਜ਼ਾਤ ਤੋਂ ਸੀ, ਸ਼ੂਦਰ ਸੀ ਕੋਈ, ਅਤੇ ਇਸ ਤਰ੍ਹਾਂ ਅਲੱਗ-ਅਲੱਗ ਜ਼ਾਤ ਦੇ ਲੋਕ ਆਏ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕ ਹੀ ਖੰਡੇ ਬਾਟੇ ਦੀ ਪਾਹੁਲ ਛਕਾ ਕੇ, ਅੰਮ੍ਰਿਤ ਛਕਾ ਕੇ, ਇੱਕੋ ਹੀ ਬਾਟੇ ਦੇ ਵਿੱਚ, ਉੱਥੇ ਵੱਡੀ ਜ਼ਾਤ ਦੇ ਵੀ ਨਹੀਂ ਨੇ ਵੀ ਛਕਿਆ ਅਤੇ ਛੋਟੀ ਜ਼ਾਤ ਦੇ ਵੀ ਨਹੀਂ ਛਕਿਆ, ਅਤੇ ਸਾਰਿਆਂ ਨੇ ਇੱਕੋ ਹੀ ਖੰਡੇ ਬਾਟੇ ਦੇ ਪਾਹੁਲ ਦੇ ਵਿੱਚੋਂ, ਬਾਟੇ ਵਿੱਚੋਂ ਅੰਮ੍ਰਿਤ ਛਕ ਕੇ ਉੱਥੇ ਇਕੁਐਲਿਟੀ ਐਗਜ਼ਿਸਟ ਹੋ ਗਈ।
ਇਕੁਐਲਿਟੀ ਮੇਨ ਗੱਲ ਕੀ ਸੀ, ਇੱਕ ਬਰਾਬਰੀ ਰੱਖਣੀ, ਇਨ ਇਕੁਐਲਿਟੀ ਨੂੰ ਖਤਮ ਕਰਨਾ, ਇਰੈਡੀਕੇਟ ਕਰਨਾ। ਹੁਣ ਤੁਸੀਂ ਲੰਗਰ ਦਾ ਪ੍ਰਥਾ ਦੇਖਦੇ ਹੋ, ਉੱਥੇ ਵੀ ਤੇ ਇਹੀ ਹੈ ਕਿ ਆਫੀਸਰ IAS ਆਫੀਸਰ ਵੀ ਬੈਠਾ ਹੈ, ਪ੍ਰਧਾਨ ਮੰਤਰੀ ਵੀ ਬੈਠਾ ਹੈ, ਤੇ ਇੱਕ ਛੋਟਾ ਜਿਹਾ ਕੋਈ ਅਗਰ ਅਸੀਂ ਜਿਹਨੂੰ ਸਮਾਜ ਵਿੱਚ ਕਹਿੰਦੇ ਆ ਭਿਖਾਰੀ ਹੈ, ਵਿਚਾਰਾ ਗਰੀਬ ਹੈ, ਉਹ ਵੀ ਉੱਥੇ ਹੀ ਬੈਠ ਕੇ ਇੱਕੋ ਹੀ ਜਗ੍ਹਾ ਤੇ ਲੰਗਰ ਛਕਦਾ ਹੈ। ਇਹ ਇਕੁਐਲਿਟੀ ਨੂੰ ਪ੍ਰਮੋਟ ਕਰਦਾ ਹੈ, बढ़ाता है दिल दे विच भी ਤੇ ਸੁਸਾਇਟੀ ਦੇ ਵਿੱਚ ਵੀ। ਤੇ 1699 ਦੀ ਵਿਸਾਖੀ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਆਵਾਜ਼ ਲਾਈ ਸੀ, ਪੰਜ ਪਿਆਰਿਆਂ ਨੂੰ ਆਵਾਜ਼ ਲਾਈ, ਇੱਕ ਇੱਕ ਕਰਕੇ ਪੰਜ ਸਿੱਖ ਖੜੇ ਹੋਏ। ਪਹਿਲਾ ਦਇਆ ਸਿੰਘ ਜਿਨ੍ਹਾਂ ਦਾ ਨਾਮ ਰਿਹਾ, ਫਿਰ ਧਰਮ ਸਿੰਘ, ਹਿੰਮਤ ਸਿੰਘ, ਫਿਰ ਮੋਹਕਮ ਸਿੰਘ ਤੇ ਫਿਰ ਸਾਹਿਬ ਸਿੰਘ, ਪੰਜ ਪਿਆਰੇ ਰੱਖੇ। ਉਸ ਤੋਂ ਬਾਅਦ ਇਹ ਪ੍ਰਥਾ ਅੱਗੇ ਚੱਲਦੀ ਰਹੀ। ਹੁਣ ਜਿਹੜੇ ਸਿੱਖ ਸਨ ਉਹ ਇੱਕ ਵਾਰੀਅਰ ਦੇ ਤੌਰ ਤੇ ਸਾਹਮਣੇ ਆਏ ਤੇ ਇਹ ਹੁਣ ਖਾਲਸਾ ਦਿਵਸ ਦੇ ਤੌਰ ਤੇ ਅਸੀਂ ਇਹਨਾਂ ਨੂੰ ਮਨਾਉਂਦੇ ਹਾਂ, ਹਰ ਸਾਲ ਮਨਾਇਆ ਜਾਂਦਾ ਹੈ। ਸਾਰਾ ਮਤਲਬ ਜਿੰਨੇ ਵੀ ਵੱਡੇ ਨਿੱਕੇ ਸਾਰੇ ਇਕੁਐਲਿਟੀ ਦਾ ਤੌਰ, ਇਕੁਐਲਿਟੀ, ਕੁੜੀਆਂ ਵੀ, ਕੁੜੀ ਨੇ ਵੀ ਅੰਮ੍ਰਿਤ ਛਕਣਾ ਹੈ, ਬੀਬੀ ਨੇ ਵੀ ਅੰਮ੍ਰਿਤ ਛਕਣਾ ਹੈ। ਸ਼ੀ ਸਟੈਂਡਸ ਇਕੁਅਲ ਟੂ ਅ ਮੈਨ ਇਨ ਸਿੱਖ ਰਿਲੀਜਨ। ਤਾਂ ਅੱਜ ਵਿਸਾਖੀ ਦਾ ਵੱਡਾ ਦਿਨ ਹੈ, ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ? ਬਿਲਕੁਲ, ਅਗਰ ਅਸੀਂ ਇੰਜ ਹੀ ਮੱਥਾ ਟੇਕ ਕੇ ਚਲੇ ਜਾਈਏ ਗੁਰਦੁਆਰੇ ਤੇ ਕੁਝ ਪਤਾ ਨਹੀਂ ਚੱਲਦਾ, ਲੇਕਿਨ ਜੇਕਰ ਅਸੀਂ ਇਤਿਹਾਸ ਨੂੰ ਪੜ੍ਹੀਏ ਫਿਰ ਥੋੜਾ ਪ੍ਰਾਊਡ ਫੀਲ ਹੁੰਦਾ ਹੈ ਬਹੁਤ ਜ਼ਿਆਦਾ ਕਿ ਭਾਈ ਮੈਂ ਕਿਸ ਧਰਮ ਨੂੰ ਬਿਲੋਂਗ ਕਰਦਾ ਤੇ ਕਿਵੇਂ ਗੁਰੂ ਸਾਹਿਬ ਨੇ ਅਪਲਿਫਟ ਕੀਤਾ, ਕਿਸ ਤਰ੍ਹਾਂ ਬਣਾਇਆ, ਕਿਵੇਂ ਉਹਨਾਂ ਨੇ ਖਾਲਸਾ ਵਾਰੀਅਰ ਖੜਾ ਕੀਤਾ ਤੇ ਕਿਵੇਂ ਉਹਨਾਂ ਨੂੰ ਮਤਲਬ ਮੋਟਿਵ ਇਹ ਸੀ ਕਿ ਇਕੁਐਲਿਟੀ ਆ ਜਾਏ, ਸਮਾਜ ਦੇ ਵਿੱਚ ਬ੍ਰਦਰਹੁੱਡ, ਫਰੈਟਰਨਿਟੀ ਬਣੀ ਰਹੇ, ਸਾਰੇ ਇੱਕ ਦੂਜੇ ਨੂੰ ਪਿਆਰ ਨਾਲ ਵੇਖਣ, ਕੋਈ ਦਰਦ ਵਿੱਚ ਹੋਏ ਤੇ ਦੂਜਾ ਬੰਦਾ ਆਵਾਜ਼ ਚੱਕੇ, ਅਸੀਂ ਆਵਾਜ਼ ਚੱਕੀਏ। ਇਹ ਨਹੀਂ ਕਿ ਜਿਹੜਾ ਦਰਦ ਵਿੱਚ ਹੈ ਉਹ ਵਿਚਾਰਾ ਲਤਾੜਿਆ ਜਾਵੇ ਤੇ ਅਸੀਂ ਵੇਖਦੇ ਰਹੀਏ ਕੋਈ ਨਹੀਂ ਦੇਖਾਂਗੇ ਬਚ ਗਿਆ ਤੇ ਠੀਕ ਹੈ, ਨਹੀਂ ਤੇ ਕੋਈ ਗੱਲ ਨਹੀਂ। ਇਸ ਕਰਕੇ ਗੁਰੂ ਸਾਹਿਬ ਨੇ ਸਾਡੇ ਅੰਦਰ ਉਹ ਸਪਿਰਿਟ ਪਾਈ ਹੈ, ਅੰਮ੍ਰਿਤ ਦੀ ਜਿਹੜੀ ਸਪਿਰਿਟ ਹੈ ਉਹ ਕੀ ਹੈ, ਅਗਰ ਕੋਈ ਮਜ਼ਲੂਮ ਹੈ, ਦੱਬਿਆ ਕੁਚਲਿਆ ਹੈ ਤੇ ਅਸੀਂ ਆਵਾਜ਼ ਚੱਕਣੀ ਹੈ। उस वेले फिर असी ये नहीं देखना कि हो रहा की नहीं हो रहा। सूरा सो पहचानी है जो लड़े दीन के हेत, पुरजा पुरजा कट मरे कबो ना छाड़े खेद। उस वेले असी ये नहीं देखना कि वो बंदा गरीब है, किस धर्म का है, किस जाति का है। वो जात पात पहले ही खत्म करती जब अमृत छकाता है। हुण साडे वास्ते सब बराबर ने, किस धर्म तो है, किस जात तो है, वो सब असी सब एक खुदा दे, एक रब दे, एक परिवरदिगार दे बच्चे हाँ। गुरु गोबिंद सिंह जी महाराज ने सानू यही सिक्ख्या ਅੰਮ੍ਰਿਤ ਛਕਾਉਣ ਵੇਲੇ ਬਖਸ਼ੀ ਹੈ ਤੇ ਇਹ ਸਾਡੇ ਨਾਲ ਅੱਗੇ ਚਲਦੀ ਰਹਿਣੀ ਚਾਹੀਦੀ ਹੈ ਤੇ ਚਲਦੀ ਰਹੇਗੀ। ओके सरदार जी, अस्ता भी सुबह तो रमज़ान शुरू होने वाला है, तो असा मुसलमानों ਲਈ ਤੁਹਾਡੀ ਕੀ ਮੈਸੇਜ ਰਹੇਗੀ? ਬਸ ਜੀ, ਅਸੀਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਇਸ ਅਕੀਦੇ ਤੇ ਪੂਰੀ ਤਰ੍ਹਾਂ ਖਰੇ ਉਤਰੋ। ਰਮਜ਼ਾਨ ਦੇ ਇਸ ਮੁਕੱਦਸ ਮੌਕੇ ਦੇ ਅੱਛੀ ਤਰ੍ਹਾਂ ਜਿਹੜਾ ਆਪਣਾ ਇਹ ਤੁਸੀਂ ਰਮਜ਼ਾਨ ਦਾ ਜਿਹੜੇ ਤੁਹਾਡੇ ਰੋਜ਼ੇ ਹੁੰਦੇ ਨੇ, ਅੱਛੀ ਤਰ੍ਹਾਂ ਉਹਨਾਂ ਦੇ ਉੱਪਰ ਅਮਲ ਕਰਕੇ ਖੁਦਾ ਦੀ ਜਿਹੜੀ ਹੈ ਉਹ ਤੁਸੀਂ ਇਬਾਦਤ ਕਰੋ ਤੇ ਖੁਦਾ ਦੀ ਤੁਸੀਂ ਪਿਆਰ ਜਿਹੜਾ ਹੈ ਉਹ ਪ੍ਰਾਪਤ ਕਰੋ। ਤੇ ਬਾਕੀ ਸਾਡਾ ਜਿਹੜਾ ਭਾਈਚਾਰਾ ਹੈ ਉਹ ਹਮੇਸ਼ਾ ਬਣਿਆ ਰਹੇ ਅਸੀਂ ਆਪਸ ਵਿੱਚ, ਕਿਉਂਕਿ ਕੋਈ ਵੀ ਦੇਸ਼, ਕੋਈ ਵੀ ਕਮਿਊਨਿਟੀ ਤਾਂ ਹੀ ਅੱਗੇ ਵਧੇਗੀ ਜਦ ਆਪਸੀ ਭਾਈਚਾਰਾ ਬਣਿਆ ਰਹੇਗਾ। ਜਦ ਤੱਕ ਆਪਸੀ ਭਾਈਚਾਰਾ ਹੈ, ਦੇਸ਼ ਵੀ ਤਰੱਕੀ ਕਰੇਗਾ ਤੇ ਲੋਕ ਵੀ ਤਰੱਕੀ ਕਰਨਗੇ, ਪ੍ਰੋਸਪੈਰਿਟੀ ਬਣੀ ਰਹੇਗੀ। ਤੇ ਉਹ ਤਾਂ ਹੀ ਹੋਏਗਾ ਜਦ ਅਸੀਂ ਇੱਕ ਦੂਜੇ ਨੂੰ ਪਿਆਰ ਨਾਲ ਵੇਖਾਂਗੇ, ਇੱਕ ਦੂਜੇ ਦੇ ਕਲਚਰਸ ਦੀ, ਇੱਕ ਦੂਸਰੇ ਦੇ ਸਾਡੇ ਜਿਹੜੇ ਅਸੀਂ ਕਹਿੰਦੇ ਆ ਡਾਈਵਰਸਿਟੀਜ਼ ਨੇ, ਉਹਨਾਂ ਦੀ ਅਸੀਂ ਵੈਲਿਊਜ਼ ਨੂੰ ਸਮਝਾਂਗੇ ਤੇ ਰਿਸਪੈਕਟ ਕਰਾਂਗੇ। ਜਦੋਂ ਅਸੀਂ ਇੱਕ ਦੂਸਰੇ ਦੀ ਵੈਲਿਊਜ਼ ਨੂੰ ਸਮਝ ਕੇ ਕਦਰਾਂ ਕੀਮਤਾਂ ਨੂੰ ਸਮਝਾਂਗੇ, ਉਹਨਾਂ ਦਾ ਅਦਬ ਕਰਾਂਗੇ, ਤੇ ਸਾਨੂੰ ਪਤਾ ਚੱਲੇਗਾ ਫਿਰ ਕੀ ਹੋਇਆ, ਕੋਈ ਕਿਸੇ ਹੋਰ ਕਲਚਰ ਨੂੰ ਬਿਲੋਂਗ ਕਰਦਾ ਲੇਕਿਨ ਉਹ ਵੀ ਸਾਡਾ ਭਰਾ ਹੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਤੁਹਾਡਾ ਕੀਮਤੀ ਵਕਤ ਦੇਣ